गए
गए करबार जोगी ताज गए करबार सेठ साधक के जोगी ताज गए करबार ताज गए करबार जोगी ताज गए करबार ताज गए करबार जोगी ताज गए करबार जिन पूरा सतगुर सेविया जिन पूरा सतगुर सेविया से अस्थिर हर द्वार नानक हर का दास है नानक हर का दास है जोगी ताज गए करबार ताज गए करबार जोगी ताज गए सुरत माहे जो नित्य करते कथा पार का रहते बाबा बोलते थे कहाँ गए तेरी के संग रहते गगन नगर नाद कहाँ जो समाना पार ब्रह्म परमेश्वर माधो परम हंसले सिधाना परम हंसले सिधाना परम हंसले सिधाना बाबा बोल देते कहाँ गए तेरी के संग रहते बाबा बोलते थे कहाँ गए तेरी के संग रहते अंदर की नाम बजावन हारो कहाँ गए हो कहाँ गए हो कहाँ गए हो जिन्हें हो मंदिर की नाम जिन्हें हो मंदिर की नाम साखी शब्द सूरत नहीं उपजै इंच तेज सब लीना साखी शब्द सूरत नहीं उपजै करते कथा वार्ता कहते सुन माहे जो नित्य करते कथा वार्ता कहते सुन माहे जो नित्य करते कथा वार्ता कहते सुन माहे जो नित्य करते कथा वार्ता कहते कथा वार्ता कहते बाबा कथा वार्ता कहते बाबा बोलते थे कहाँ गए तेरी के संग रहते बाबा
शब्द अनाहत रुण चुनो शब्द अनाहत नित्य उठ गाय संतन कै नित्य उठ गाय संतन कै रुण चुनो शब्द अनाहत रुण चुनो शब्द अनाहत नित्य उठ गाय संतन कै नित्य उठ गाय संतन कै किलो देखो सब दोष विनाशन किल देखो सब दोष विनाशन हर नाम जपिए गुर मंतन कै हर नाम जपिए गुर मंतन कै रुण चुनो शब्द अनाहत रुण चुनो शब्द अनाहत नित्य उठ गाय संतन कै 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 नित्य उठ गाय नित्य उठ गाय संतन कै 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 रुण चुनो शब्द अनाहत रुण चुनो शब्द अनाहत नित्य उठ गाय संतन कै हर नाम लीजै हमें पीजै ऐन दिनस आराधियै हर नाम लीजै हमें पीजै ऐन दिनस आराधियै जोगदान अनेक किरिया जोगदान अनेक किरिया लख चरण कमलै साधियै लख चरण कमलै साधियै रुण चुनो शब्द अनाहत रुण चुनो शब्द अनाहत नित्य उठ गाय संतन कै नित्य उठ गाय संतन कै आओ भगत दयाल मोहन दुख सगले पर हरै पाओ भगत दयाल मोहन दुख सगले पर हरै बिनवंत नानक करै सागर बिनवंत नानक करै सागर जय स्वामी नर हरै जय स्वामी नर हरै रुण चुनो शब्द अनाहत रुण चुनो शब्द अनाहत नित्य उठ गाय संतन कै 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 रुण चुनो शब्द अनाहत रुण चुनो शब्द अनाहत नित्य उठ गाय संतन कै नित्य उठ गाय संतन कै नित्य उठ गाय संतन कै सरदार जसवंत सिंह जी ਕੰਗ ਸਾਹਿਬ ਜਿਨ੍ਹਾਂ ਨੂੰ 88 ਸਾਲ ਦੀ ਉਮਰ ਭੋਗਣ ਦੇ ਵਾਸਤੇ ਮਿਲੀ ਤੇ ਇਸ ਸੰਸਾਰ ਤੋਂ ਸਦਾ ਲਈ ਕੂਚ ਕਰ ਗਏ। ਉਸ
ਸੰਸਾਰ ਤੇ ਚਲੇ ਗਏ ਨੇ ਜਿੱਥੋਂ ਕਦੇ ਕੋਈ ਵਾਪਸ ਨਹੀਂ ਆਇਆ। 88 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਪਦਾ ਬੜਾ ਵਧੀਆ ਜੀਵਨ ਗੁਜ਼ਾਰਿਆ ਤੇ ਉਹਨਾਂ ਦੇ ਧਰਮ ਸੁਪਤਨੀ ਬੀਬੀ ਸੁਰਜੀਤ ਕੌਰ ਜੀ ਉਹ ਚਲੇ ਗਏ ਕੁਝ ਸਾਲ ਪਹਿਲਾਂ। ਉਦੋਂ ਉਹਨਾਂ ਦੇ ਵਾਸਤੇ ਇੱਕ ਬੜੀ ਮਹਾਨ ਦੁਖਦਾਈ ਘਟਨਾ ਸੀ, ਪਰ ਉਸ ਪਰਮੇਸ਼ਰ ਦੇ ਲੜ ਲੱਗੀ ਹੋਣ ਕਰਕੇ ਆਪਣੇ ਆਪ ਨੂੰ ਬੜਾ ਸੰਭਾਲਿਆ ਤੇ ਸਾਰੇ ਪਰਿਵਾਰ ਨੂੰ ਆਪਣੇ ਸੁਪੁੱਤਰ ਸਰਦਾਰ ਸੁਖਦਰਸ਼ਨ ਸਿੰਘ ਜੀ ਕੰਗ ਅਤੇ ਘਰ ਦੀ ਨੂੰਹ ਰਾਣੀ ਸਰਦਾਰਨੀ ਜਗਵਿੰਦਰ ਕੌਰ ਕੰਗ, ਬੜਾ ਪਰਿਵਾਰ ਨੂੰ ਇਹਨਾਂ ਨੇ ਵੀ ਬੜਾ ਸਾਂਭਿਆ। ਜਿੱਥੇ ਬਜ਼ੁਰਗਾਂ ਦੇ ਪੁੱਤਰ ਦਾ ਪੱਖ ਹੈ, ਨੂੰਹ ਰਾਣੀ ਦਾ ਪੱਖ ਹੈ, ਉੱਥੇ ਧੀ ਰਾਣੀਆਂ ਬੀਬੀ ਬਲਜਿੰਦਰ ਕੌਰ, ਸ਼ਿਵਿੰਦਰ ਕੌਰ, ਬਲਵੀਰ ਕੌਰ ਜੋ ਕੈਨੇਡਾ ਦੀ ਧਰਤੀ ਤੇ ਸੈੱਟ ਹੈ ਤੇ ਹਰਿੰਦਰ ਕੌਰ ਜੋ ਅਮਰੀਕਾ ਦੀ ਧਰਤੀ ਤੇ ਸੈੱਟ ਨੇ। ਆ ਥੋੜੇ ਦਿਨ ਪਹਿਲਾਂ ਇੱਥੋਂ ਹੋ ਕੇ ਗਏ ਨੇ, ਉਹ ਨਹੀਂ ਆ ਸਕੇ ਧੀ ਰਾਣੀਆਂ। ਬੜਾ ਮੁਸ਼ਕਲ ਹੋ ਜਾਂਦਾ ਹੈ ਜਦੋਂ ਵਿਦੇਸ਼ ਤੋਂ ਆਪਦੇ ਇੱਥੇ ਵਾਪਸ ਪਰਤਣਾ ਹੋਵੇ। ਜਿੱਥੇ ਧੀਆਂ ਦਾ ਪੱਖ ਹੈ ਉੱਥੇ ਘਰ ਦੇ ਜਵਾਈ ਭਾਈ ਸਰਦਾਰ ਬਲਦੇਵ ਸਿੰਘ ਜੀ ਢਿੱਲੋਂ ਪਿੰਡ ਬੋਤੀਆਂ ਵਾਲਾ ਤੋਂ ਅਤੇ ਸਰਦਾਰ ਜਸਵਿੰਦਰ ਸਿੰਘ ਜੀ ਬਰਾੜ ਪਿੰਡ ਪਿਪਲੀ ਤੋਂ ਤੇ ਇੱਕ ਜਵਾਈ ਸੰਸਾਰ ਤੋਂ ਪਹਿਲਾਂ ਜਾ ਚੁੱਕਾ ਹੈ ਸਰਦਾਰ ਬਲਵਿੰਦਰ ਸਿੰਘ ਜੀ ਉਹ ਵੀ ਪਿਪਲੀ ਤੋਂ ਤੇ ਛੋਟੇ ਜਵਾਈ ਭਾਈ ਸਰਦਾਰ ਗੁਰਮੋਹਨ ਸਿੰਘ ਜੀ ਗਿੱਲ ਜੋ ਅਮਰੀਕਾ ਦੀ ਧਰਤੀ ਤੇ ਸੈੱਟ ਨੇ। ਜਿੱਥੇ ਇਹ ਪੱਖ ਦੇਖਣ ਨੂੰ ਮਿਲੇ ਨੇ ਬਜ਼ੁਰਗਾਂ ਦੇ ਜਾਣ ਤੋਂ ਉਪਰੰਤ, ਉੱਥੇ ਇਹਨਾਂ ਦੇ ਪੋਤੇ ਕਾਕਾ ਸੁਖਦੀਪ ਸਿੰਘ, ਅਮਰਜੀਤ ਸਿੰਘ ਉਹ ਵੀ ਅਮਰੀਕਾ ਦੇ ਵਿੱਚ ਸੈੱਟ ਹੈ। ਉਹ ਨੂੰਹਾਂ ਨੇ ਬੀਬੀ ਕੁਲਦੀਪ ਕੌਰ ਅਤੇ ਸੁਖਦੀਪ ਕੌਰ ਜੋ ਅਮਰੀਕਾ ਦੇ ਵਿੱਚ ਸੈੱਟ ਹੈ। ਗੁਰੂ ਸਾਹਿਬ ਜੀ ਸਾਰੇ ਪਰਿਵਾਰ ਦੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ। ਬੜਾ ਵੱਡਾ ਪਰਿਵਾਰ ਹੈ ਬਜ਼ੁਰਗਾਂ ਦਾ। ਜੇ ਨਿਗਾਹ ਮਾਰੀਏ ਕਿ ਪੜੋਤਾ ਰਾਇਨਦੀਪ ਸਿੰਘ, ਪੜੋਤੀ ਸੀਰਤ ਕੌਰ ਅਤੇ ਸਭ ਤੋਂ ਅਖੀਰ ਦੇ ਵਿੱਚ ਮੈਂ ਭਰਾ ਦਾ ਪੱਖ ਕਰਾਂਗਾ, ਭਰਾ ਸਰਦਾਰ ਅਵਤਾਰ ਸਿੰਘ ਜੀ ਕੰਗ ਅਤੇ ਉਹਨਾਂ ਦਾ ਸਾਰਾ ਪਰਿਵਾਰ। ਗੁਰੂ ਸਾਹਿਬ ਜੀ ਹੋਰਾਂ ਦਾ ਕਥਨ ਹੈ, ਮਾਏ ਬਾਪ ਕੋ ਬੇਟਾ ਨੀਕਾ। ਨੀਕਾ ਕਹਿੰਦੇ ਨੇ ਪਿਆਰੇ ਨੂੰ। ਮਾਤਾ ਤੇ ਪਿਤਾ ਨੂੰ ਆਪਣਾ ਪੁੱਤਰ ਬਣਾਇਆ। ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਮਨ ਮੇਰਾ ਸਦਾ ਰਹੋ ਹਰ ਨਾਲ ਰਹੋ ਮਨ ਮੇਰੇ ਸਭ ਵਿਸਾਰਨਾ। ਬੰਦੀ ਕਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਤਨਾਮ ਕਲਾ ਸਮਰੱਥ ਸੁਆਮੀ
ਜਦੋਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਬਤਾਈ ਦਾਇਆ ਤੇ ਤੈ ਸਬਦ ਜਗਤ ਚੰਗਿਆਈਆਂ ਬੁਰਾਈਆਂ ਬਾਤੇ ਧਰਮ ਹਦੂਰ ਕਰਨੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਕਤ ਦੇ ਗਈ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਕਤ ਦੇ ਗਈ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਆਪ ਨਿਵਾਰਨ ਹੈ ਦੁਖ ਹੰਤਾ ਸੁਖੜਾ ਸਤਾਂ ਤੋਂ ਵਿਗੜਨ ਕੋ ਕਰਦਾ ਜਾਣਕੀ ਕਾ ਆਦਿ ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਹੈ। ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਤਸਮੇਂ ਪ੍ਰਥਮ ਭਗਵਤੀ ਸੁੰਦਰ ਕੇ ਗੁਰੂ ਨਾਨਕ ਲਈ ਧਿਆਏ ਖੰਡਤ ਗੁਰ ਤੇ ਅਮਰਦਾਸ ਘਰ ਨਾਮਤ ਆਵਤਾਰ ਸਭ ਕੀ ਹੋਈ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਾਲੇ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਵ ਤਵਾਏ ਤੇ ਗਵਾਹੀ ਦੇਖ ਕੇ ਅਣਡਿਠ ਕੀਤਾ ਤਨਹਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹਿਤ ਸਿਸਟਰ ਤੇ ਫੰਡ ਪੰਨ ਕਟਾਏ ਖੋਪਰੀਆਂ ਮਾਸੂਮ ਝੰਡੀਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜੀ। ਪ੍ਰਥਮਾ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਰਹਿਤ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਨੇ ਪੱਤਿਆਂ ਦੀ ਪੱਤ ਨੇ ਗੱਤਿਆਂ ਦੀ ਗੱਤ ਨੇ ਥਾਂਿਆਂ ਦੀ ਥਾਂ ਗਰੀਬ ਨਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਆਪ ਸਮੂਹ ਪਰਿਵਾਰ ਦੇ ਹਿਰਦਾਂ ਕੇ ਸੋਣਾ ਸਾਧੂ ਸੱਚੇ ਪਾਤਸ਼ਾਹ ਸਮੂਹ ਸੰਤਾਂ ਦਾ ਕਦਮ ਕਦਮ ਲਿਖੇ ਦੇ ਵਿੱਚ ਰਵਾਂ ਸਮੂਹ ਪਰਿਵਾਰ ਵੱਲੋਂ ਆਪ ਜੀ ਦੀਆਂ ਜੱਤੀਆਂ ਹੋਈਆਂ ਵਿਸ਼ੁਨਾ ਸਗੁਣਾ ਕੁਛ ਹੋ ਜਾਈ ਸਿਆਣਿਆ ਆਗੇ ਮਿਲਣ ਕਿਨਾਰਾ ਜਿਨ ਮੇਰਾ ਸਾਹਿਬ ਵਿਸਰੈ ਵਡੜੀ ਵੇਦਨ ਤਿਨਾ ਪੀ ਸਾਲਾਹਿ ਸਾਚਾ ਸੋਈ ਜਾਂ ਕੀ ਨਦਰ ਸਦਾ ਸੁਖ ਹੋਈ ਸੋ ਕਹੂ ਦਾਨ ਗੁਰ ਸੇਈਐ ਅਨਸ ਸਾਜ ਸੁਭਾਈ ਦਰਸ਼ਨ ਕਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ
महला पंजवा अविनाशी जीवन को दाता सिमरत सब माल खोई गुण निदान भगतन का बर्तन बिरला पावे कोई अविनाशी जीवन को दाता सिमरत सब मल कोई गुण निदान भगतन को बर्तन बिरला पावे कोई मेरे मन जप गुर गोपाल प्रभ सोई जहाँ की शरण पया सुख पाई है बहुड़ दुख ना होई रहाऊ वड भागी साध संग प्राप्त तिन भेटत दुर्मत कोई तिन की दूर नानक दास बचै जिन हर नाम हृदय परोई वड भागी साध संग प्राप्त तिन भेटत दुर्मत कोई तिन की दूर नानक दास बचै जिन हर नाम हृदय परोई वाहिगुरु जी का खालसा वाहिगुरु जी की इकट्ठा होए हैं वो अपने आप में ये परिवार बापू जगीर सिंह का वैसे तो किसी गल का दिल करने का मसाल नहीं पर बहुत सारे लोग जो नवी पीढ़ी के उत्ते ਜਿਹੜੇ ਸਿਆਣੇ ਸਮਝਦਾਰ ਉਹ ਇੱਕ ਵੀ ਗੁਣ ਲੈ ਲੈਂਦੇ ਆ ਅੱਜ ਇਸ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਬੈਠੇ ਆ ਜੇਕਰ ਆਪਣੀ ਜ਼ਿੰਦਗੀ ਧਾਰ ਲੈਂਦੇ ਆ ਤਾਂ ਉਹਨਾਂ ਦੀ ਸਹਾਈ ਹੁੰਦਾ ਜਿਹੜੇ ਲੋਕ ਥੋੜੇ ਬਹੁਤ ਆਪਣੇ ਵੱਖਰੇ ਸੁਭਾਅ ਦੇ ਹੁੰਦੇ ਆ ਉਹ ਲੋਕਾਂ ਦੀ ਨੈਗੇਟਿਵਿਟੀ ਨਾਲ ਜੁੜਦੇ ਆ ਪੋਜ਼ਿਟਿਵਿਟੀ ਨਾਲ ਨਹੀਂ ਜੁੜਦੇ इस दुनिया के इंसान ਜਿਹੜਾ ਵੀ पैदा होया ब्रह्म ज्ञानी तो है नहीं ਉਹਦੀ ਜ਼ਿੰਦਗੀ ਦੇ ਵਿੱਚ ਚੰਗੇ ਮਾੜੇ ਦਿਨ ਵੀ ਆਏ ਹੁੰਦੇ ਆ ਉਹਨਾਂ ਤੋਂ ਗਲਤੀਆਂ ਵੀ ਹੁੰਦੀਆਂ ਹੁੰਦੀਆਂ ਔਰ ਸਾਡੇ ਫੁੱਫੜ ਜੀ ਇੱਕ ਇਨਸਾਨ ਨਹੀਂ ਸਨ ਇੱਕ ਸੰਸਥਾ ਮਿਲ ਸਕਦੇ ਆ ਇਸ ਕਰਕੇ मैं कहूँगा कि जिथे उन्होंने जिंदगी के विच खुशियां बटोरियां उन्होंने खुशियां दित्तियां अज उन्होंने भोग के समय तो भी असी कुछ सेध लीए असी कर्म वाले होवांगे जेकर साडे अंदर कुछ धारना धारी जाए
क्योंकि जो असी कोई इंसान मेरे वर्गा माड़ा बोलने लगता तो तो गलतियां भी सुभाविक हो जाएंगे। ਉਹਦੇ ਲਈ मैं सब तो पहला सारी संगत तो माफी मांगदा ताकि जे मैं तो किते वध घट कोई शब्द किसी के खिलाफ या कोई शान दे या ना बोलिया हाँ बोलिया जाए दोनों पक्षों से मैंने माफी दो, क्योंकि मैं भावुक भी है। मैनू मेरे जन्म देने तो बाद मेरी जिंदगी के 5-6 लोगों का बहुत प्रभाव है, बहुत रहा। कुछ लोग इस गल नहीं समझते, मैं समझदा। सब तो पहला मेरे मैं अपने दादा जी तो लिया, फिर उस तो बाद मैं अपने मामा जी तो लिया, फिर उस तो बाद मैं अपने फुफड़ा तो मासुआ तो, जिहदे फुफड़ दे लैन सोहनी बहुत अहम स्थान रखते हैं, इतों के लोग भी जानते। और फुफड़ जी सांसद असी छोटे फुफड़ जी करके जानते सी। मैनू ये लगता कि जेकर ये इंसान थोड़े रिश्तेदार हो कोई भी फिक्र करने की लोड़ नहीं, क्योंकि रिश्तेदार वो होंगे जिहड़े दुख सुख के बुकल च लेंदे आ, वो प्यार नाल समझाउंदे आ। अगर बच्चे समझते हैं तो भी माँ भली, जे नहीं समझते वो अपने परिवार का अपने रिश्तेदारों का साथ देंगे। इतने अज जिन्नी साडे रिश्तेदारों की करनी बने सरपंच पंच चेयरमैन श्रोमणी कमेटी के मैंबर साबका चेयरमैन ब्लाक समितियां जिला परिषद, मेरे ख्याल से मैं बोलने लगा तो सारा दिन ना मिलेगा। मैं बहुता समा भी थोड़ा नहीं लेना, फिर मैं आवागा। जी मैं गल की कि इन्हों का मेरे पर प्रभाव रहा है, इन्होंने एक दोस्त सरदार अजीत सिंह पलोरी जेडे अज लत्तां तो चल नहीं सकते, 2 बार होके भी गए हैं, उन्होंने का प्रभाव भी फुफड़ जी के करके मेरे से पिया, उन्होंने जीवन का पिया। मैं 40-45 साल उन्होंने विचरिया। उस तो बाद वो साडे रिश्तेदार तब्दील हो गए। साडे भाणजे बेटा प्रितपाल परमिंदर उन्होंने लगाए गए। उन्होंने हाजरी होनी बहुत जरूरी है। यह जे इंसान मेरी जिंदगी के 5-6 इंसान हैं मेरे रिश्तेदारों तो बाद जिन्हें थोड़ी जिंदगी के प्रभाव छड़ते हैं। मेरा नाम उन्होंने 45 साल पहले फुफड़ जी ने पाया। अज उन्होंने का जिक्र करना इस करके है कि जिस इंसान दी लत्तां नहीं चल रही फुफड़ जी ने मिल के गए, फिर वो संस्कार तो बाद होके गए। इन्ना प्यार करते हैं, चंडीगढ़ चले और बच्चों के कहने के बावजूद भी सैंपी उन्होंने भाजी पिंदर उन्होंने काना साहब के कहने के बावजूद वो इतने पहुंचे। श्री धनपा फुफड़ जी अपने मां के पेटों कले पैदा हुए, दूजे भैन भरा छोटी मां के पेटों पैदा हुए, पर इन्होंने सूई भी नहीं आती। इन्हों का अपना बर्ताव, अपना ख्याल बहुत सारी दुनिया में शायद पता भी नहीं होना, पर चंगे इंसानों का होंगे, चंगे परिवारों का होंगे कि जो भी कोई इकट्ठ होना है, अज भी तुम कार्ड पढ़ोगे तो किसी परिवार का होर का नाम नहीं है, इस सारे साझे परिवार का उत्ते नाम है। एक बहुत वड्डी गल होती है। मैं कढ़नी आपदे तो ईगो तो पासे होना, ये सारे फुफड़ जी के गुण सन। और मैं परमात्मा को यह अरदास करदा कि ये बाकी परिवार के ये गुण सारे हो। और मैं भी अरदास करदा कि नमाना या साक्षात गलतियों का पुतला मैनू भी कोई कितने सेध मिले कि मैं तो कोई सेध लवा। वैसे 40-45 साल तो मैं अपना आइडल मान के
ਕੀ ਚੱਲਦਾ ਹੈ। ਸਾਧ ਸੰਗਤ ਟਾਈਮ ਵੀ ਤੁਹਾਡਾ ਲੈ ਰਹੇ ਆ, ਪਰ ਇਹ ਗੱਲਾਂ ਕਦੇ ਘਰ ਘਰ ਜਾ ਕੇ ਨਹੀਂ ਕੀਤੀਆਂ ਜਾ ਸਕਦੀਆਂ। ਫੁੱਫੜ ਪ੍ਰਾਹੁਣੇ ਉਹ ਹੁੰਦੇ ਆ ਜਿਹੜੇ ਘਰ ਨੂੰ ਜੋੜਦੇ ਆ। ਸਾਡੇ ਭੂਆ ਜੀ ਨੂੰ ਗਿਆ ਨੂੰ 28 ਸਾਲ ਹੋ ਗਏ। ਸੰਨ 93 ਚੋਂ ਕੈਂਸਰ ਨਾਲ ਪੀੜਿਤ ਹੋਏ। ਅਸੀਂ ਸਾਰੇ ਪਰਿਵਾਰ ਨੇ ਰਲ ਮਿਲ ਕੇ ਉਹਦਾ ਇਲਾਜ ਕਰਾਇਆ। ਜਿੱਥੇ ਦੀਵਾ ਜਗਵਿੰਦਰ ਨੌਂ ਵਾਲੀ, ਬੇਟਾ ਸੁਦਰਸ਼ਨ, ਬਲਵੀਰ ਬੇਟੀ, ਇਹਨਾਂ ਨੂੰ ਸਭ ਤੋਂ ਪਹਿਲਾਂ ਪਤਾ ਲੱਗਾ ਕਿ ਉਸ ਘਰ ਦੇ ਜੀਵ ਨਾਲ ਸਭ ਤੋਂ ਪਹਿਲਾਂ ਮੈਨੂੰ ਪਤਾ ਦੱਸਿਆ ਕਿ ਤੁਹਾਡੇ ਭੂਆ ਜੀ ਨੂੰ ਕੈਂਸਰ ਹੋ ਗਿਆ। ਇਹਨਾਂ ਦਾ ਫੁੱਫੜ ਜੀ ਦੀ ਇੱਕ ਸਿੱਖਿਆ ਸੀ ਕਿ ਤੁਸੀਂ ਆਪਣੇ ਪਰਿਵਾਰ ਨੂੰ ਸਮਝਾਉਂਦੇ ਹੋ, ਠੀਕ ਸਮਝਦੇ ਹੋ, ਕਰਦੇ ਹੋ। ਜੇਕਰ ਉਹ ਨਹੀਂ ਠੀਕ ਆਉਂਦਾ ਤਾਂ ਤੁਸੀਂ ਚੁੱਪ ਵੱਟ ਲਓ। ਸਿਆਣੇ ਲੋਕ ਜਦੋਂ ਚੁੱਪ ਨੂੰ ਸਮਝਦੇ ਆ ਉਸ ਗੱਲ ਨੂੰ ਸਮਝ ਲੈਂਦੇ ਆ। ਪਰ ਕੋਈ ਮੇਰੇ ਵਰਗੇ ਅਨਭੋਲ ਆਦਮੀ ਉਹਨੂੰ ਕਮਜ਼ੋਰੀ ਨੂੰ ਸਮਝ ਕੇ ਉਹਦੀਆਂ ਬੁਰਾਈਆਂ ਨੂੰ ਉਜਾਗਰ ਕਰਨਾ, ਉਹਦੇ ਗੁਣਾਂ ਨੂੰ ਅਣਗੌਲਿਆ ਕਰਨਾ, ਇਹ ਮੈਂ ਤਾਂ ਦੱਸਦਾ ਕਿ ਫੁੱਫੜ ਜੀ ਦੇ ਵਿੱਚ ਗੁਣ ਸਨ। ਕਿਸੇ ਵੀ ਜੀਅ ਨੂੰ, ਕਿਸੇ ਛੋਟੇ ਨੂੰ, ਵੱਡੇ ਨੂੰ ਬਹੁਤ ਸਖਤਾਈ ਨਾਲ ਕਹਿੰਦੇ ਸਨ। ਪਰ ਜੇਕਰ ਉਹ ਲੱਗਿਆ ਉਹਨਾਂ ਨੂੰ ਕਿ ਮੈਥੋਂ ਕੋਈ ਗਲਤੀ ਹੋ ਗਈ ਆ, ਤੇ ਦੂਜੇ ਦਿਨ ਜੇ ਨੌਂ ਨੂੰ ਭੁਆਈ ਤੋਂ ਬਾਅਦ ਸੱਸ ਬਣ ਕੇ ਝਿੜਕ ਲਿਆ, ਤੇ 2 ਦਿਨਾਂ ਬਾਅਦ ਇਹ ਵੀ ਕਹਿ ਦੇਣਾ ਪੁੱਤ ਗਲਤੀ ਤਾਂ ਨਹੀਂ ਕਰ ਲਈ, ਮੈਨੂੰ ਮਾਫੀ ਦੇ ਦਿਓ ਜੇ ਮੈਂ ਗਲਤ ਕਰ ਲਿਆ। ਇਹ ਯਾਰ ਸਭ ਨਾਲ ਹੁੰਦਾ ਸੀ। ਜੇਕਰ ਮੈਂ ਇਸ ਏਰੀਏ 'ਚ ਖੇਤੀ ਵੀ ਕਰਦਾ, ਮੇਰਾ ਰੁਝਾਨ ਬਹੁਤ ਰਿਹਾ। ਪਰਿਵਾਰ ਤੋਂ ਵੱਡਾ ਹੋਣ ਦੇ ਨਾਤੇ ਮੈਂ ਇਸ ਪਰਿਵਾਰ 'ਚ ਸ਼ਰੀਕ ਹੁੰਦਾ ਰਿਹਾ। ਛੋਟੀ ਉਮਰ 'ਚ ਮਾੜੇ ਚੰਗੇ ਸਮੇਂ ਦੇ ਵਿੱਚ ਜਦੋਂ ਹਾਲਾਤ ਮਾੜੇ ਸੀ, ਹਰਦਾਸੇ ਦਾ ਨਾਮ ਲੈਣ ਤੋਂ ਲੋਕ ਡਰਦੇ ਸੀ, ਤਾਂ ਮੈਂ ਛੋਟੀ ਉਮਰ ਦੇ ਨਾਲ ਵਿੱਚ ਰਹਿ ਕੇ ਫੁੱਫੜ ਜੀ ਹੋਣਾ ਨਾਲ, ਭੂਆ ਜੀ ਹੋਣਾ ਨਾਲ ਸਾਥ ਨਿਭਾਇਆ। ਮੇਰੇ ਕੋਲੇ ਜਿਸ ਤਰ੍ਹਾਂ ਦਾ ਸਮਾਂ ਸੀ ਅਸੀਂ ਕੱਢਿਆ। ਭਾਵੇਂ ਮੈਨੂੰ ਪਿੰਡ ਛੱਡਣਾ ਪਿਆ, ਸਾਰੇ ਪਰਿਵਾਰ ਨੂੰ ਛੱਡਣਾ ਪਿਆ, ਕਿਉਂਕਿ ਕੁਝ ਲੋਕ ਏਦਾਂ ਦੇ ਲਟੇਰੇ ਹੋ ਗਏ ਸੀ ਜਿਹੜੇ ਕਿਸੇ ਸੰਸਥਾ ਨਾਲ ਸੰਬੰਧ ਨਹੀਂ ਸੀ ਉਹਨਾਂ ਦਾ। ਉਹਨਾਂ ਤੋਂ ਫਿਰ ਲੋਕ ਡਰਦੇ ਸ਼ਹਿਰਾਂ ਚਲੇ ਗਏ। ਪਰ ਉਹ ਤਰਸਦੇ ਸੀ ਫੁੱਫੜ ਜੀ ਨੇ ਕਿ ਸਾਨੂੰ ਮਿਲਣਾ ਨਹੀਂ। ਫਿਰ ਜਿਹੜੇ ਲੋਕ ਉਦੋਂ ਆਉਂਦੇ ਸੀ ਉਹ ਲੋਕ ਉਹਨਾਂ 'ਚ ਘਰ ਕਰ ਗਏ। ਫਿਰ ਉਹਨਾਂ ਨੇ ਉਹ ਜਿਹੜਾ ਆ ਅੱਜ ਦਾ ਜਾਵੇ, ਉਹਨਾਂ ਨੇ ਕਿਸੇ ਦਾ ਸਾਥ ਨਹੀਂ ਛੱਡਿਆ, ਚਾਹੇ ਲੱਖ ਗਲਤੀਆਂ ਹੋਣ, ਕੁਛ ਹੋਵੇ। ਔਰ ਜਿਹੜੇ ਸੱਜਣ ਉਸ ਰਾਹ ਤੇ ਪਏ ਸੀ ਉਹਨਾਂ ਨੂੰ ਜੀ ਆਇਆਂ ਵੀ ਕਹਿੰਦੇ ਨੇ। ਚੰਗੇ ਸੱਜਣਾਂ ਨੂੰ ਉਸ ਲਹਿਰ 'ਚ ਵੀ ਜੀ ਆਇਆਂ ਕਹਿੰਦੇ ਨੇ ਕਿ ਮੈਂ ਸਮਾਜਿਕ ਪ੍ਰਾਣੀਆਂ ਗ੍ਰਸਤੀ ਜੀਵਨ 'ਚ ਹਾਂ, ਮੈਂ ਇੰਨੀ ਜੋਗਾ ਨਹੀਂ। ਉਸ ਕਰਕੇ ਕਦੇ ਸਰਦਾਰ ਜਸਵੰਤ ਸਿੰਘ ਫੁੱਫੜ ਜੀ ਉਹਨਾਂ ਦੇ ਖਿਲਾਫ ਪਰਿਵਾਰ ਦੇ ਕੋਈ ਬੰਦਾ ਨਹੀਂ ਬੋਲਿਆ। ਕਿਸੇ ਨੇ ਗੋਲੀ ਨਹੀਂ ਕਹੀ, ਪਰ ਨਾਮ ਕਹਿੰਦੇ ਹੋਣ ਕਰਕੇ ਹੱਥ ਹੀ ਜੋੜਿਆ ਗਏ। ਹੁਣ ਮੈਂ ਕੁਛ ਜੋ ਇੱਥੇ ਸੱਜਣ ਪਹੁੰਚੇ ਆ, ਮੈਂ ਰੀਤਾ ਜੀ ਹੋਰਾਲੀ ਵਾਲੇ ਨੂੰ ਕਹੂੰਗਾ, ਮੇਰੇ ਨਾਲੋਂ ਵੱਧ ਜਾਣਦੇ ਆ। ਉਹਨਾਂ ਕੋਲ ਕੋਈ ਲਿਸਟ ਆ, ਉਹਨਾਂ ਦੀ ਹਾਜ਼ਰੀ ਲਵੋਗੇ। ਉਸ ਤੋਂ ਬਾਅਦ ਫਿਰ ਮੈਂ ਤੁਹਾਡਾ 2 ਮਿੰਟ ਟਾਈਮ ਲਵਾਂਗਾ। ਇਸ ਕਰਕੇ ਰੀਤਾ ਜੀ, ਜੋ ਵੀ ਜੀਵ ਇੱਥੇ ਆਇਆ ਉਹਨੇ ਚਲੇ ਜਾਣਾ, ਔਰ ਆਪਣਾ ਲੇਖਾ ਜੋਖਾ ਉਹ ਇੱਥੇ ਰਹਿ ਜਾਂਦਾ। ਔਰ ਇੰਨੀ ਜਾਇਦਾਦ ਦੇ ਹੁੰਦਿਆਂ ਕੋਈ ਹਉਮੈ ਨਹੀਂ, ਕੋਈ ਅਹੰਕਾਰ ਨਹੀਂ, ਕੋਈ ਲੜਾਈ ਝਗੜੇ ਵਾਲੇ ਬੰਦੇ ਨਹੀਂ। ਇਹ ਮੈਂ ਸਾਹਮਣੇ ਦੱਸਿਆ ਕਿ ਇਹਨਾਂ ਦੀ ਜ਼ਿੰਦਗੀ 'ਚ ਕੋਈ ਨਾ ਕੋਈ ਗੁਣ ਆਪਾਂ ਨੂੰ ਜ਼ਰੂਰੀ ਰਹਿਣਾ ਚਾਹੀਦਾ। ਜਦੋਂ ਵੀ ਇੱਥੇ ਆਉਣਾ ਤਾਂ ਇਹਨਾਂ ਨੇ ਬਹੁਤ ਹੀ ਸਿਆਣੀਆਂ ਗੱਲਾਂ ਮੱਤਾਂ ਦੇਣੀਆਂ ਕਿ ਲੜਾਈ ਝਗੜੇ ਤੋਂ ਕੀ ਲੈਣਾ। ਸਾਨੂੰ ਬਹੁਤ ਜ਼ਿਆਦਾ ਜਦੋਂ ਵੀ ਆਉਣਾ ਉਹਨਾਂ ਨੇ ਸਮਝਾਉਣਾ। ਔਰ ਇਹਨਾਂ ਦੀ ਦੂਰ ਅੰਦੇਸ਼ੀ ਸੋਚ ਕੇ ਜਿੰਨੇ ਵੀ ਰਿਸ਼ਤੇਦਾਰਾਂ ਨੂੰ ਮੈਂ ਜਾਣਦਾ, ਉਹ ਸਾਰੇ ਮੈਂ ਕਹਿੰਦਾ ਵੀ ਇਹਨਾਂ ਦੀ ਦੌਲਤ ਹੀ ਇਹਨਾਂ ਨੇ ਵੇਖਿਆ, ਸੋਚਿਆ, ਉਹ ਰਿਸ਼ਤੇਦਾਰੀ ਜੋੜੀ ਆ। ਉਹ ਇੰਨੇ ਵਧੀਆ ਸਹਿਜ ਸੁਭਾਅ ਦੇ ਮਾਲਕ ਆ
बलदेव सिंह जी, सरदार बलदेव सिंह जी आ, बोतियां वाले सरभट्टी परिवार, सारे पिंड का रिश्तेदार जिन्ने भी मिले पहले भी कई बार यकीन नहीं होता भी सारे परिवार एक इन्ने शरीफ निहायत बच्चे बच्चियां पोते दोते दोतियां भी बहुत ही दूर अंदेसी सोच ਅਤੇ ਜ਼ਮੀਨ ਜਾਇਦਾਦ ਦੇ ਹੁੰਦਿਆਂ ਵੀ ਇੱਕ ਸੰਤ ਸੁਭਾਅ ਦੇ ਵਿੱਚ ਰਹਿਣਾ ਇਹ ਬਹੁਤ ਵੱਡੀ ਗੱਲ ਹੁੰਦੀ ਆ। ਸੋ ਮੈਂ ਜ਼ਿਆਦਾ ਨਹੀਂ ਸਮਾਂ ਲੈਂਦਾ, ਬਾਕੀ ਇਹ ਵੀ ਜੇ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਬੈਠੇ ਆ ਜਿੰਨਾ ਚਿਰ ਆਪਾਂ ਜੇ 5 ਮਿੰਟ ਬਾਅਦ ਵੀ ਬਹਿ ਜਾਵਾਂਗੇ ਤੇ ਕੋਈ ਘਾਟਾ ਨਹੀਂ ਪੈਂਦਾ ਇਹਦੇ 'ਚ। ਭਗਤ ਕਬੀਰ ਜੀ ਕਹਿੰਦੇ ਆ ਇਹ ਘੜੀ ਆਦੀ ਘੜੀ ਆਦੀ ਹੁੰਦੇ ਆਦ 24 ਮਿੰਟਾਂ ਦੀ ਘੜੀ ਹੁੰਦੀ ਆ ਤੇ 12 ਦੀ ਅੱਧੀ ਤੇ ਅੱਧੀ ਰੋਜ਼ ਦੀ 6 ਮਿੰਟਾਂ ਦੀ। ਜੇ ਤੁਸੀਂ 6 ਮਿੰਟ ਵੀ ਰੋਜ਼ ਮਹਾਰਾਜ ਦਾ ਜਾਪ ਕਰਦੇ ਆ, ਸਿਮਰਨ ਕਰਦੇ ਆ ਤੇ ਤੁਹਾਨੂੰ ਜਿਹੜੇ ਜਮਾਂ ਦੀ ਫਾਈ ਆ ਉਹ ਨਹੀਂ ਪੈ ਸਕਦੀ ਤੇ ਤੁਹਾਡਾ ਜੀਵਨ ਸਫਲਾ ਹੁੰਦਾ। ਭਾਈ ਗੁਰਦਾਸ ਜੀ ਨੇ ਵੀ ਆਖਿਆ ਵੀ ਕਾਗਜ਼ ਨੂੰ ਪਾਣੀ ਸਿਰ ਤੇ ਗਲ ਜਾਂਦਾ ਤੇ ਜੇ ਉਹਨੂੰ ਸੰਧਿਆਈ ਲਾ ਦਈਏ ਤੇ ਉਹ ਤਰ ਜਾਂਦਾ। ਲੋਹਾ ਪਾਣੀ 'ਚ ਡੁੱਬ ਜਾਂਦਾ, ਜੇ ਉਹ ਲੱਕੜ ਦਾ ਸੰਗ ਮਿਲ ਜੇ ਤੇ ਉਹ ਤਰ ਜਾਂਦੀ ਹੋਵੇ। ਇਸੇ ਕਰਕੇ ਜਦੋਂ ਆਪਣੇ ਮਨੁੱਖ ਨੂੰ ਗੁਰੂ ਸਾਹਿਬ ਦੀ ਬਾਣੀ ਦਾ ਸੰਗ ਮਿਲ ਜਾਂਦਾ ਤਾਂ ਉਹ ਜਮਾਂ ਦੀ ਫਾਈ ਤੋਂ ਬਚ ਜਾਂਦਾ। ਜਿੰਨਾ ਵੀ ਵੱਧ ਤੋਂ ਵੱਧ ਆਪਾਂ ਹੋ ਸਕੇ ਗੁਰੂ ਮਹਾਰਾਜ ਦਾ ਸਤਿਕਾਰ ਕਰਨਾ। ਮੈਨੂੰ ਸਿਰਫ 2-4 ਮਿੰਟ ਹੀ ਹੁਕਮ ਹੋਇਆ ਸੀ ਕਿ ਇੱਥੇ ਸੱਜਣ ਮਿੱਤਰ ਆਏ ਸਾਰੇ ਸਤਿਕਾਰਯੋਗ ਆ, ਜਿੰਨੇ ਵੀ ਰਿਸ਼ਤੇਦਾਰ ਭੈਣ ਭਰਾ ਪੰਜ ਸਰਪੰਚ ਜਿੰਨੇ ਵੀ ਆ ਸਾਰੇ ਸਤਿਕਾਰਯੋਗ ਆ। ਸਾਡੇ ਕੋਲ ਜਿਹਨਾਂ ਤੋਂ ਖਿਮਾ ਮੰਗਦੇ ਆ ਸਰਦਾਰ ਗੁਰਦੀਪ ਸਿੰਘ ਜੀ ਗੈਰ ਚੇਅਰਮੈਨ ਮਾਰਕੀਟ ਕਮੇਟੀ ਤਲਵੰਡੀ ਭਾਈ, ਮਾਫੀ ਚਾਹੁੰਦੇ ਆ ਟਾਈਮ ਬੋਲਿਆ ਨਹੀਂ ਜਾਣਾ। ਬਾਬੂ ਸਿੰਘ ਜੀ ਪ੍ਰਧਾਨ ਕਾਫੀ ਯੂਨੀਅਨ, ਕੈਲਪਾਲ ਸਿੰਘ ਜੀ ਸੋਢੀ ਸਾਹਿਬ ਸਕੱਤਰ ਕਿਸਾਨ ਯੂਨੀਅਨ ਦੇ, ਬਹਾਦਰ ਸਿੰਘ ਜੀ ਹਦਾਸਾ ਸਾਬਕਾ ਚੇਅਰਮੈਨ, ਸੁਖਦੇਵ ਸਿੰਘ ਗੁਰਕਾ ਸਾਬਕਾ ਚੇਅਰਮੈਨ, ਗੁਰਮੀਤ ਸਿੰਘ ਸ਼ੀਰਾ ਜੀ ਸਾਬਕਾ ਚੇਅਰਮੈਨ, ਸੁਰਿੰਦਰ ਸਿੰਘ ਗਰੇਵਾਲ ਜੀ ਸਾਬਕਾ ਡੀਐਮ ਮਾਰਕੀਟ ਪੰਜਾਬ, ਕੁਲਵੰਤ ਸਿੰਘ ਸੰਧੂ ਐਸਸੀ ਬਿਜਲੀ ਬੋਰਡ ਫਰੀਦਕੋਟ, ਕਾਦਰ ਸਿੰਘ ਜੀ ਚੇਅਰਮੈਨ, ਸਤਪਾਲ ਸਿੰਘ ਜੀ ਤਲਵੰਡੀ ਭਾਈ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਮਰਜੀਤ ਸਿੰਘ ਜੀ ਰਾਜਿਆਂ ਸਾਬਕਾ ਚੇਅਰਮੈਨ, ਕੈਪਟਨ ਸਾਹਿਬ ਬੈਠੇ ਆ, ਲੱਖਾ ਬਾਬਾ ਸਰਪੰਚ ਸਾਹਿਬ ਬੈਠੇ, ਰਾਜਾ ਜੀ, ਉਹ ਜਿੰਨੇ ਵੀ ਸਾਰੇ ਇਹ ਸੱਜਣ ਮਿੱਤਰ ਭੈਣ ਭਰਾ ਰਿਸ਼ਤੇਦਾਰ ਆਏ ਆ, ਸਾਰਿਆਂ ਦਾ ਇੱਥੇ ਕੰਮ ਪਰਿਵਾਰ ਵੱਲੋਂ ਜੀ ਆਇਆਂ ਆਖਿਆ ਜਾਂਦਾ। ਅਤੇ ਉਹਨਾਂ ਬਾਰੇ ਹੁਣ ਚੇਅਰਮੈਨ ਸਾਹਿਬ ਜਿਹੜੇ ਬੁਲਾਰੇ ਤੋਂ ਬੁਲਾਉਣੇ ਆ, ਜਿਆਦਾ ਸਮਾਂ ਨਹੀਂ ਤੁਹਾਡਾ ਲੈਂਦੇ, ਸਿਰਫ 5-7 ਮਿੰਟ ਹੀ ਆ। ਹੁਣ ਮੈਂ ਚੇਅਰਮੈਨ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਮੇਰੀ ਹਾਜ਼ਰੀ ਪ੍ਰਵਾਨ ਕਰਨੀ, ਬੋਲਦਿਆਂ ਨੂੰ ਗਲਤੀ ਹੋਈ ਹੋਵੇ ਤਾਂ ਮਾਫ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ। ਉਹ ਵੀ ਹੋਤੇ ਗਏ ਕੁਝ ਦਿਨ ਪਹਿਲਾਂ ਸਾਹਿਬ ਜਗਮੇਜਾ ਸਿੰਘ ਜੀ ਸਿੱਖੋਂ ਸਾਬਕਾ ਮੰਤਰੀ ਪੰਜਾਬ ਔਰ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਜੀਰਾ ਹਲਕੇ ਤੋਂ ਉਹ ਵੀ ਆਪਣਾ ਘੰਟਾ ਸਮਾਂ ਕੱਢ ਕੇ ਹਾਜ਼ਰੀ ਲਵਾ ਕੇ ਗਏ। ਔਰ ਸਾਬਕਾ ਚੇਅਰਪਰਸਨ ਮਾਤਾ ਹਰਬੰਸ ਕੌਰ ਜੀ ਹੀਰੋ ਪਿਛਲੇ 8 ਦਿਨਾਂ ਤੋਂ ਇੱਥੇ ਹਾਜ਼ਰੀ ਲਾਉਂਦੇ ਰਹੇ, ਕਿਉਂਕਿ ਉਹ ਭੂਆ ਜੀ ਦੇ ਸਹੇਲੀ ਵੀ ਸਨ। ਉਸ ਤੋਂ ਬਾਅਦ ਉਹ ਰਿਸ਼ਤੇਦਾਰੀ ਦੇ ਵਿੱਚ ਵੀ ਤਬਦੀਲ ਹੋਏ। ਉਹਨਾਂ ਦੀ ਬੇਟੀ ਤੇ ਭੂਆ ਜੀ ਦੀ ਛੋਟੀ ਬੇਟੀ ਹਰਿੰਦਰ ਧੂੜਕੋਟ ਵਿਖੇ ਰਹੇ ਹੋਏ ਆ। ਉਹ ਦਰਾਣੀ ਜਠਾਣੀ ਇੱਕੋ ਪਰਿਵਾਰ ਚ ਦੋ ਬੇਟੀਆਂ, ਇਸ ਕਰਕੇ ਉਹਨਾਂ ਦੀ ਹਾਜ਼ਰੀ ਲਈ ਜਾਂਦੀ ਹੈ। ਇੱਥੇ ਸ਼ੀਰਾ ਜੀ ਬੈਠੇ ਆ, ਚੇਅਰਮੈਨ ਸਾਹਿਬ ਜਾਂਗਾਲੇ ਤੋਂ ਅਮਰਜੀਤ ਸਿੰਘ ਜੀ ਬੈਠੇ ਆ, ਸਾਬਕਾ ਚੇਅਰਮੈਨ। ਹੁਣ ਮੈਂ ਬਹੁਤ ਹੀ ਸਤਿਕਾਰਯੋਗ ਸਰਦਾਰ ਅਜੀਤ ਸਿੰਘ ਜੀ ਕੰਗ, ਜਿਨ੍ਹਾਂ ਤੋਂ ਇੱਥੇ ਪਹੁੰਚਿਆ ਨਹੀਂ ਗਿਆ, ਉਹ ਬਹੁਤ ਹੀ ਪਰਿਵਾਰ ਨਾਲ ਸਾਂਝਾ ਲਿੰਕ ਰੱਖਦੇ ਆ, ਰਿਸ਼ਤੇਦਾਰੀ ਹੈ।
ਤੇ ਮੈਂ ਉਹਨਾਂ ਦੇ ਬੇਟੇ ਰੁਪਿੰਦਰ ਸਿੰਘ ਕੰਗ ਨੂੰ ਬੇਨਤੀ ਕਰਾਂਗਾ ਕਿ 5 ਮਿੰਟ ਲਈ 4 ਮਿੰਟ ਲਈ ਉਹਨਾਂ ਦੀ ਹਾਜ਼ਰੀ ਲਵਾ ਦਿਓ। ਭਾਈ ਭਾਈ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਸ਼ੋਕਮਈ ਇਕੱਠ ਮੇਰੇ ਸਤਿਕਾਰਯੋਗ ਤਾਇਆ ਜੀ ਜਸਵੰਤ ਸਿੰਘ ਕੰਗ ਸਾਹਿਬ ਉਹਨਾਂ ਦੇ ਆਖਰੀ ਅੰਤਮ ਅਰਦਾਸ ਦੇ ਵਿੱਚ ਅਸੀਂ ਸਾਰੇ ਇਕੱਠੇ ਹੋਏ ਹਾਂ। ਲਖਵਿੰਦਰ ਸਿੰਘ ਚੇਅਰਮੈਨ ਸਾਹਿਬ ਉਹਨਾਂ ਨੇ ਬਹੁਤ ਜ਼ਿਆਦਾ ਵਿਸਤਾਰ ਨਾਲ ਦੱਸਿਆ, ਕੋਈ ਗੱਲ ਬਾਕੀ ਨਹੀਂ ਰਹਿ ਜਾਂਦੀ, ਪਰ ਚਲੋ ਫਿਰ ਵੀ ਮੈਂ ਆਪਦਾ ਫਰਜ਼ ਸਮਝਦਾ, ਮੈਂ ਆਪਦੇ ਪਰਿਵਾਰ ਨੂੰ ਆਪਦਾ ਫਰਜ਼ ਸਮਝਦਾ ਵੀ ਉਹਨਾਂ ਨੇ ਜੋ ਕੁਝ ਵੀ ਕਿਹਾ ਉਹ ਬਿਲਕੁਲ ਸੱਚ ਕਿਹਾ। ਬਾਬਾ ਜੀ ਜਗੀਰ ਸਿੰਘ ਉਹਨਾਂ ਦਾ ਪਰਿਵਾਰ ਜਸਵੰਤ ਸਿੰਘ ਕੰਗ ਵੱਡੇ ਦਾ ਜੀ, ਅਵਤਾਰ ਸਿੰਘ ਕੰਗ ਛੋਟੇ ਚਾਚਾ ਜੀ, ਮੇਰੇ ਫਾਦਰ ਸਾਹਿਬ ਉਹਨਾਂ ਦੀ ਪਹਿਲਾਂ ਸਰਦਾਰ ਜਗੀਰ ਸਿੰਘ ਬਾਬਾ ਜੀ ਦੇ ਨਾਲ ਸਾਡੀ ਦੋਸਤੀ ਮਿੱਤਰਤਾ ਹੀ ਸੀ। ਬਾਬਾ ਜੀ ਮੇਰੇ ਉਹਨਾਂ ਨੂੰ ਤਾਇਆ ਜੀ ਕਹਿੰਦੇ ਸੀ। ਇਹ ਅਵਤਾਰ ਸਿੰਘ ਕੰਗ ਤੇ ਤਾਇਆ ਜੀ ਜਸਵੰਤ ਸਿੰਘ ਕੰਗ ਉਹਨਾਂ ਦੇ ਭਰਾ, 3 ਭਾਈ ਹੋ ਗਏ। ਬਹੁਤ ਜ਼ਿਆਦਾ ਸਾਡਾ ਆਉਣ ਜਾਣ, ਇੱਜ਼ਤ ਮਾਣ ਸਤਿਕਾਰ ਇੱਕ ਦੂਜੇ ਦਾ ਕਰਨਾ ਮੈਂ ਦੇਖਦਾ ਰਿਹਾ, ਬਹੁਤ ਇੱਜ਼ਤ ਮਾਣ ਰਿਸਪੈਕਟ ਅੱਜ ਤੱਕ ਉਹ ਜਾਰੀ ਹੈ। ਉਹਨਾਂ ਦੀ ਜਿਹੜੀ ਦੋਸਤੀ ਸੀ ਮੇਰੇ ਪਿਤਾ ਜੀ ਹੋਰਾਂ ਦੀ, ਉਹ ਫਿਰ ਬਾਅਦ ਚ ਰਿਸ਼ਤੇਦਾਰੀ ਚ ਤਬਦੀਲ ਹੋਈ। ਸਾਡੀ ਰਿਸ਼ਤੇਦਾਰੀ ਬਣੀ, ਪਹਿਲਾਂ ਦੋਸਤੀ ਸੀ, ਹੁਣ ਰਿਸ਼ਤੇਦਾਰੀ ਚੱਲ ਰਹੀ ਹੈ, ਦੋਵੇਂ ਚੀਜ਼ਾਂ ਬਰਾਬਰ ਚੱਲ ਰਹੀਆਂ। ਤੇ ਮੈਂ ਸਮਝਦਾ ਵੀ ਤਾਇਆ ਜੀ ਜਸਵੰਤ ਸਿੰਘ ਨੇ ਇੱਕ ਆਪਣਾ ਸ਼ਰਾਫਤ ਦਾ, ਬਹੁਤ ਵੱਡੀ ਸ਼ਰਾਫਤ ਦਾ ਪੁੰਜ ਸੀ ਮੇਰੇ ਕੋਲ। ਇੰਨੇ ਸ਼ਰੀਫ ਸੁਭਾਅ ਦੇ ਬੰਦੇ, ਇੰਨੇ ਠੰਡੇ, ਕਦੇ ਕਿਸੇ ਨਾਲ ਮੇਰਾ ਗੱਲ ਲੜਾਈ ਦੀ ਤਾਂ ਬਹੁਤ ਦੂਰ ਦੀ ਗੱਲ, ਉਹ ਸ਼ਾਇਦ ਗੁੱਸੇ ਵੀ ਨਹੀਂ ਹੋਏ ਹੋਣਗੇ। ਬੜੇ ਸੁਚੱਜੇ ਢੰਗ ਨਾਲ ਸਮਝਾਉਂਦੇ ਸੀ, ਜੇ ਕੋਈ ਗੱਲ ਕਰਨੀ ਹੁੰਦੀ ਸੀ। ਇਸੇ ਤਰ੍ਹਾਂ ਬਾਬਾ ਜੀ ਜਗੀਰ ਸਿੰਘ ਉਹਨਾਂ ਨੂੰ ਮਿਲਣ ਦਾ ਮੈਨੂੰ ਬਹੁਤ ਮੌਕਾ ਮਿਲਿਆ। ਮੈਂ ਉਹਨਾਂ ਕੋਲੇ ਆਮ ਆਉਂਦਾ ਜਾਂਦਾ ਸੀ, ਸਿਰਫ ਇਸ ਗੱਲ ਮਾਰਿਆ ਕਿ ਮੈਂ ਪੁਰਾਣੀਆਂ ਗੱਲਾਂ ਸੁਣਾ ਸਿੱਖਾਂ। ਇਹ ਮੈਨੂੰ ਸ਼ੁਰੂ ਤੋਂ ਸੁਭਾਅ ਸੀ। ਮੈਂ ਜਦੋਂ ਕਾਲਜ ਟਾਈਮ ਪੜ੍ਹਦਾ ਸੀ, ਉਦੋਂ ਵੀ ਮੈਂ ਵੱਡੀ ਉਮਰ ਦੇ ਬਜ਼ੁਰਗ ਬੰਦਿਆਂ ਕੋਲੇ ਬਹਿੰਦਾ ਹੁੰਦਾ ਸੀ। ਇਹ ਮੇਰਾ ਸ਼ੌਕ ਅੱਜ ਵੀ ਹੈ। ਮੈਨੂੰ ਕਿੰਨਾ ਕੰਮ ਹੋਵੇ, ਮੈਂ ਉਹ ਬੰਦਿਆਂ ਦੀ ਗੱਲ ਜ਼ਰੂਰ ਸੁਣਦਾ। ਉਹ ਮੈਨੂੰ ਬਹੁਤ ਕੁਝ ਸਮਝਾਉਂਦੇ ਰਹੇ ਆ। ਉਹ ਜੋ ਮੇਰੇ ਅੰਦਰ ਆ, ਜੋ ਮੇਰੇ ਦਿਮਾਗ 'ਚ ਆ, ਮੈਂ ਉਹਦੇ ਤੇ ਚੱਲਣ ਦੀ ਖੇਚਲ ਕੀਤੀ ਆ, ਚੱਲਣ ਦੀ ਕੋਸ਼ਿਸ਼ ਕੀਤੀ ਆ। ਬਾਅਦ ਦੇ ਵਿੱਚ ਉਹਨਾਂ ਦੇ ਜਾਣ ਤੋਂ ਬਾਅਦ ਫਿਰ ਇਹ ਤਾਇਆ ਜੀ ਜਸਵੰਤ ਸਿੰਘ ਹੋਣੀ ਇਹਨਾਂ ਕੋਲੇ ਆਉਂਦੇ ਜਾਂਦੇ ਰਹੇ, ਹਰ ਦੁੱਖ ਸੁੱਖ ਦੇ ਵਿੱਚ ਪਹੁੰਚਦੇ ਰਹੇ। ਤੇ ਉਹਨਾਂ ਨੇ ਵੀ ਬਹੁਤ ਜ਼ਿਆਦਾ ਸਾਨੂੰ ਸਮਝਾਉਣਾ ਕਰਨਾ, ਹਰ ਗੱਲਬਾਤ ਦੱਸਣੀ, ਮੈਂ ਸੁਣਦਾ ਰਿਹਾ, ਆਉਂਦੇ ਜਾਂਦੇ ਰਹੇ ਆ। ਲਾਸਟ ਤਾਈਂ ਥੋੜਾ ਟਾਈਮ ਹੀ ਜਦੋਂ ਕਿ ਉਹਨਾਂ ਨੂੰ ਪੂਰੀ ਸੁਰਤ ਨਹੀਂ ਸੀ, ਉਦੋਂ ਪਹਿਲਾਂ ਸਾਰੀ ਗੱਲਬਾਤ ਉਹ ਕਰਦੇ ਰਹੇ। ਤੇ ਉਹਨਾਂ ਦੇ ਇਹੋ ਚੀਜ਼ ਸੀ ਵੀ ਸਾਡੇ ਸਾਰੇ ਤਹਿਸੀਲ ਦੇ ਵਿੱਚੋਂ ਮੇਰਾ ਗੱਲ ਹੈ ਵੀ ਸਾਰਿਆਂ ਤੋਂ ਵੱਧ ਇਨਾਮੀ ਪਰਿਵਾਰ, ਜ਼ਮੀਨ ਜਾਇਦਾਦ, ਇੱਜ਼ਤ ਮਾਣ ਰਿਸਪੈਕਟ ਸਮਾਜ ਦੇ ਵਿੱਚ, ਧਾਰਮਿਕ ਦੇ ਵਿੱਚ, ਹਰ ਪੱਖ ਤੋਂ ਬਹੁਤ ਵਧੀਆ ਹੈ। ਤੇ ਉਹ ਇੰਨਾ ਕੁਛ ਹੋਣ ਦੇ ਬਾਵਜੂਦ ਅੱਜ ਕੱਲ੍ਹ ਦੇ ਜ਼ਮਾਨੇ 'ਚ ਬੜਾ ਕੁਛ ਚੱਲਦਾ, ਥਾਂ ਦੀਆਂ ਗੱਲਾਂ ਬਾਤਾਂ ਚੱਲਦੀਆਂ। ਜਿਵੇਂ ਚੇਅਰਮੈਨ ਸਾਹਿਬ ਨੇ ਕਿਹਾ ਸੀ ਵੀ ਆਉਣ ਵਾਲੀ ਪੀੜ੍ਹੀ ਨੂੰ ਜ਼ਰੂਰੀ ਹੋ ਜਾਂਦਾ ਦੱਸਣਾ, ਬੱਚਿਆਂ ਨਵਿਆਂ ਨੂੰ ਕਈ ਗੱਲਾਂ ਦਾ ਨਹੀਂ ਪਤਾ ਹੁੰਦਾ। ਤੇ ਉਹਨਾਂ ਦੇ ਵਿੱਚ ਕਦੇ ਵੀ ਨਹੀਂ ਇਹ ਗੱਲ ਸਾਹਮਣੇ ਆਈ ਸੀ ਕਿਸੇ ਨੂੰ ਤੰਗ ਕਰਨ ਦੀ ਜਾਂ ਲੜਾਈ ਫਸਾਦ ਦੀ ਜਾਂ ਕੋਈ ਐਸੀ ਗੱਲ ਕਰਨ ਦੀ। ਬਹੁਤ ਜ਼ਿਆਦਾ ਸ਼ਰੀਫ, ਇੰਨਾ ਜ਼ਿਆਦਾ ਸ਼ਰੀਫ ਨਾਮ ਸੁਭਾਅ ਦੇ ਸੀ ਵੀ ਇੱਕ ਮਿਸਾਲ ਸੀ ਸਮਾਜ ਦੇ ਵਿੱਚ, ਬਹੁਤ ਜ਼ਿਆਦਾ। ਤੇ ਉਹਨਾਂ ਨੇ ਆਪਦੇ ਪਰਿਵਾਰ ਨੂੰ ਉਸੇ ਹਿਸਾਬ ਨਾਲ ਢਾਲਿਆ। ਖੇਤੀਬਾੜੀ ਦੇ ਕੰਮ ਦੇ ਵਿੱਚ ਪਹਿਲਾਂ ਬਾਬਾ ਜੀ ਉਹਨਾਂ ਦਾ ਬਹੁਤ ਨਾਂ ਸੀ ਸਾਡੇ ਇਲਾਕੇ ਦੇ ਵਿੱਚ। ਤੇ ਉਹ ਮੈਂ ਉਦੋਂ ਛੋਟਾ ਹੁੰਦਾ ਸੀ, ਮੇਰੇ ਪਿਤਾ ਜੀ ਮੈਨੂੰ ਦੱਸਦੇ ਸੀ ਕਿ ਉਹ ਮੈਨੂੰ ਮੇਰੇ ਭਰਾ ਨੂੰ ਤੇ ਮੈਨੂੰ ਕਹਿੰਦੇ ਕਾਕਾ ਇਹ ਦਲਦਲ ਚ ਨਾ ਫਸ ਜਾਓ, ਇਹ ਬਹੁਤ ਵੱਡਾ ਚੱਕਰ ਆ, ਇਹ ਦਲਦਲ ਆ, ਇਹ ਤੁਸੀਂ ਮਾੜੇ ਕੰਮ ਤੋਂ ਦੂਰ ਰਹੋ। ਮੇਰੇ ਭਰਾ ਨੇ ਕਿਹਾ ਨਹੀਂ ਬਾਬਾ ਜੀ ਇਹ ਉਹ ਆ। ਮੈਂ ਵੀ ਕਿਹਾ, ਮੈਂ ਕਿਹਾ ਬਾਬਾ ਜੀ ਅੱਜ ਕੱਲ੍ਹ ਜ਼ਮਾਨੇ ਦੇ ਹਿਸਾਬ ਨਾਲ, ਉਹਨੇ ਨਹੀਂ ਕਾਕਾ ਜ਼ਮਾਨੇ ਦੇ ਹਿਸਾਬ ਨਾਲ ਅੱਜ ਤੇ ਨਾ ਕੱਲ੍ਹ ਇਹ ਕੋਈ ਬਹੁਤੀ ਚੰਗੀ ਲਾਈਨ ਨਹੀਂ, ਜਿਹੜੀ ਕਿ ਲੋਕ ਅੱਜ ਕੱਲ੍ਹ ਬਹੁਤ ਅੱਗੇ ਹੋ ਕੇ ਭੱਜ ਕੇ ਉਹਦੇ ਦੌੜ ਤੇ ਲੱਗੇ ਹੋਏ ਆ। ਬਹੁਤ ਸਾਰੇ ਤਾਇਆ ਨੇ ਵੀ ਤਕਰੀਬਨ ਕੋਈ ਇੰਨਾ ਬਹੁਤਾ ਨੇੜੇ ਨਹੀਂ ਗਏ, ਥੋੜਾ ਜਿਹਾ ਉਹਨਾਂ ਨੇ ਵੀ ਦੂਰੀ ਬਣਾ ਕੇ ਰੱਖੀ। ਫਿਰ ਮੇਰਾ ਭਰਾ ਸੁਖਦਰਸ਼ਨ ਸਿੰਘ ਆ, ਉਹ ਵੀ ਕੋਈ ਇੰਨਾ ਬਹੁਤਾ ਅੱਗੇ ਭੱਜ ਕੇ ਜਿਵੇਂ ਆਮ ਜਨਤਾ ਦਾ ਰੁਝਾਨ ਚੱਲ ਰਿਹਾ, ਉਹ ਠੀਕ ਆ, ਆਪਦਾ ਇੱਜ਼ਤ ਮਾਣ ਰਿਸਪੈਕਟ ਹੈ, ਕਿਸੇ ਦਾ ਤੁਰਨਾ ਪੈਂਦਾ, ਜਾਣਾ ਪੈਂਦਾ, ਆਉਣਾ ਪੈਂਦਾ। ਸਾਡੇ ਬਾਈ ਜੀ ਲਖਵਿੰਦਰ ਸਿੰਘ ਉਹਨਾਂ ਦੇ ਵੀ ਚੰਗੇ ਸੰਬੰਧ ਆ, ਇਹ ਰਾਜਨੀਤੀ ਨੂੰ ਬਿਲੋਂਗ ਕਰਦੇ ਆ, ਚੇਅਰਮੈਨ ਵੀ ਰਹੇ ਆ। ਉਹ ਜੀਆ ਕਹਿਣਾ ਪੈਂਦਾ, ਪਰ ਉਹ
घर के ਵੱਧਦਾ तो शुरू तो लैके परिवार का आपदे खेती करना, आपदे काम करना, आपदा लोगों के विच चंगा विचरना, चंगी मतलब सेहत दी परिवार। तो मैं समझदा भी इहो ਜਿਹੇ ਬੰਦਿਆਂ ਦਾ तू चले जाना मन भागा। ये ठीक है भी हर बंदे जिहड़ा आया उन्हें जाना, धरती ते जो आया जन्म लिया उन्हें जाना, उम्र बाद घट हो सकती है। तो इस करके उन्होंने मतलब ये कहते होंगे से भी काका चंगे माड़े चंगे बंदे की गल करनी, वो आते भी माड़े बंदे के पासे बह गए तो जी हवा आती है ना तो हवा के माड़े गाना उड़ उड़ के थोड़े से पैदे थोड़े से माड़े गाना उड़ के पैदे थे। थोड़ी सोच सारा प्रोग्राम थोड़ा दिल के माड़ी सोच आ जाती। जे किसी चंगे महापुरुष को बैठिए तो आते चंगी हवा आती है, चंगे काम उन्होंने अपने उत्ते शरीर के आते हैं तो अपनी जी सोच बुद्धि वो ठीक हो जाती है, सोच भी चंगी हो जाती है। इहो गल्लां उन्होंने कोल बहुत होंदियां सी, बहुत लंबियां चौड़ियां गल्लां सी। टाइम भी काफ़ी हो गया तो मैं भी तुहाडा काफ़ी टाइम ले लिया, गल्लां बातां दा बहुत आ, मैं घंटा भी लगा रहा तां भी नहीं निबड़ सकदियां, बहुत पुरानियां गल्लां सी। तो उन्होंने इहो जी सोच होंदी सी भी हवा दे विच भी माड़े चंगे बंदे दा चंगे दा फायदा पहुंचदा ते माड़े वाले दा नुकसान होएगा। तो जो समाज के अजकल करीतियां वो सानू तुहानू सारिਆਂ ਨੂੰ पता वो कोई बहुत ही चंगी गल नहीं, बहुत ज्यादा कराए पिया है समाज। ये थोड़ा बहुत सानू विचार करना चाहिए। अजकल खुशी कमी ते विचारा होंदियां, आम लोग तो मिलता नहीं, हम कोई मिलिया नहीं जाता, लोगों को काम बहुत या आप विआह शादी मिल के गल्लां करते हैं या आप इहो ਜਿਹੇ भोग ते आके गलबात करते हैं। तो बहुत ज्यादा कोलाप पाए वाली गल है, बहुत ज्यादा लोगों के विच भज नस जिहड़ी है वो पर इस परिवार च ना पहला सी ते ना ही हो। ते अंत दे विच मैं भाई सूबा सिंह हुणे हिंदी लागी श्री दरबार साहब मुक्तसर साहब उन्होंने कीर्तन किया, रागमय कीर्तन, इन्हों का कीर्तन सुनयोग होता। मैंने तो गलती हो गई कि मैं 10-15-20 मिनट अद्धा घंटा बाहर गुजार लिया, मेरी आवाज आ गई सी इन्हों पर मैं गलत काम कर लिया, मैं पहला अंदर आना चाहिए सी। तो बहुत जरूरी था कि मन्ने परमन्ने रागी उन्होंने रागमय कीर्तन किया। ताया जी उन्होंने गुरु महाराज सच्चे पातशाह के चरणों से निवास देंगे, इहो ਜਿਹੇ चंगे बंदियां गुरु महाराज सच्चे पातशाह के चरणों से जरूर निवास देंगे। तो मैं आपके वालों तो आपके पिता जी सरदारजीत सिंह कंग वालों मैं उन्होंने श्रद्धा के फुल भेंट करना। किसी किस्म की मेरे तो कोई वध घट गल गलती होगी हुई तो आप बच्चा अनजान समझ के माफ करना। वाहिगुरू जी का खालसा। साडे बहुत ही सत्कारयोग बुजुर्ग सरदार जसवंत सिंह जी की अंतिम अरदास में शामिल गुरु प्यारी साध संगत जी, सब तो पहला फतेह प्रवान करो। वाहिगुरू जी का खालसा, वाहिगुरू जी की फतेह। जिहा चीरी लिखिया तेहा हुक्म कमाए, करले जावे नानका सदे उठ जाए तो मां बाप इंसार। साडे बहुत सत्कारयोग बुजुर्ग पिछले दिन इस फानी संसार को अलविदा कह के गुरु महाराज के चरणों में जा बराजे सन। जो इंसान इस दुनिया में आता है उसने जाना ही होता है। जिस तरह मेरे सत्कारयोग बड़े वीर साहब लखविंदर सिंह जी चेयरमैन साहब ने बड़े विस्तार के नाल उन्होंने जीवन बारे उन्होंने परिवार बारे दसिया। गरले परिवार इलाके की पंजाब के गिनती के परिवार होंगे है, क्योंकि बापू जगीर सिंह का जो परिवार है मेरे दादा जी दसते होंगे जी उन्होंने 11-40 साल हो गया 41 कि जो इस्तेमाल हुई जमीन की तो ड्यूटियां लगियां ते इलाके दे विचों जिहड़े नाल अफसरां की ड्यूटी लगी 2 जणियां की लगी सी भी इलाके दे विचों इमानदार ते जिहड़े सही इंसाफ करदे उन्हां इंसानां दे विचों अच्छी सरदार जगीर सिंह एक मेरे परदादा जी सरदार चलना सी। किसी बंदे ने एक भी उंगल इन्नी भी करके नहीं भी इन्होंने गलत काम किया।
ਦੀ ਏਡੀ ਉੱਚੀ ਤੇ ਸੁੱਚੀ ਸੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ